डेली पोस्ट पंजाबी देख रहे दर्शकों का स्वागत है जी। मैं हाँ सुख दुले। ਅੱਜ ਅਸੀਂ ਇਸ ਸਮੇਂ ਲਾਡੋਵਾਲ ਟੋਲ ਪਲਾਜ਼ੇ ਦੇ ਉੱਤੇ ਖੜੇ ਹਾਂ, ਜਿੱਥੇ 108 ਐਂਬੂਲੈਂਸ ਚਾਲਕਾਂ ਦੇ ਵੱਲੋਂ ਇੱਕ ਹੜਤਾਲ ਕੀਤੀ ਗਈ ਔਰ ਪੂਰੇ ਪੰਜਾਬ ਭਰ ਦੇ ਵਿੱਚੋਂ ਐਂਬੂਲੈਂਸ ਚਾਲਕ ਇੱਥੇ ਪਹੁੰਚੇ ਹੋਏ ਨੇ। ਪਿੱਛੇ ਤੁਹਾਨੂੰ ਤਸਵੀਰਾਂ ਦੇ ਵਿੱਚ ਇੱਥੇ ਐਂਬੂਲੈਂਸਾਂ ਜਿਹੜੀਆਂ ਖੜੀਆਂ ਹੋਈਆਂ ਉਹ ਨਜ਼ਰ ਵੀ ਆ ਰਹੀਆਂ ਹੋਣਗੀਆਂ। ਵੱਡੀ ਗਿਣਤੀ ਦੇ ਵਿੱਚ ਐਂਬੂਲੈਂਸਾਂ ਇੱਥੇ ਪਹੁੰਚੀਆਂ ਨੇ ਔਰ ਦੱਸ ਦਈਏ ਕਿ ਅੱਜ ਇਹਨਾਂ ਦੇ ਵੱਲੋਂ ਕੋਈ ਵੀ ਸੇਵਾ ਜਿਹੜੀ ਉਹ ਨਹੀਂ ਨਿਭਾਈ ਜਾਏਗੀ। ਅਕਸਰ ਅਸੀਂ ਦੇਖਦੇ ਹਾਂ ਜੇਕਰ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਦੁਰਘਟਨਾ ਵਾਪਰਦੀ ਆ, ਕੋਈ ਇਨਸੀਡੈਂਟ ਹੁੰਦਾ ਤਾਂ ਉੱਥੇ 108 ਐਂਬੂਲੈਂਸ ਸੇਵਾਵਾਂ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਔਰ ਜੇਕਰ ਕੋਈ ਵੀ ਰਾਹਗੀਰ ਕਿਸੇ ਘਟਨਾ ਦੀ ਜਾਣਕਾਰੀ ਦਿੰਦਾ ਤਾਂ 108 ਐਂਬੂਲੈਂਸ ਆ ਜਿਹੜੀ ਉੱਥੇ ਪਹੁੰਚਦੀ ਆ ਤੇ ਜ਼ਖਮੀਆਂ ਨੂੰ ਮੈਡੀਕਲ ਸਹੂਲਤ ਆ ਜਿਹੜੀ ਉਹ ਪ੍ਰਦਾਨ ਕੀਤੀ ਜਾਂਦੀ ਆ। ਪਰ ਅੱਜ ਇਹ ਸਹੂਲਤ ਕਿਸੇ ਨੂੰ ਵੀ ਨਹੀਂ ਮਿਲੇਗੀ। ਤਾਂ ਕਾਰਨ ਕੀ ਆ, ਕਿਉਂ ਇਹ ਸਟ੍ਰਾਈਕ ਕੀਤੀ ਜਾ ਰਹੀ ਹੈ, ਉਸ ਦੇ ਲਈ ਆਪਾਂ ਗੱਲਬਾਤ ਕਰ ਲੈਂਦੇ ਹਾਂ। ਮੇਰੇ ਨਾਲ ਬੀਜੇਪੀ ਆਗੂ ਸੰਤੋਖ ਸਿੰਘ ਗਿੱਲ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਤਾਂ ਕਾਰਨ ਕੀ ਆ, ਕਿਉਂ ਇਹ ਸਟ੍ਰਾਈਕ ਕੀਤੀ ਜਾ ਰਹੀ ਹੈ ਅੱਜ? ਅਸੀਂ 9 ਤਰੀਕ ਨੂੰ ਇੱਕ ਮੀਡੀਆ ਕਾਨਫਰੰਸ ਕੀਤੀ ਸੀ, ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰੇ, ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸਿਆ ਸੀ ਕਿ ਸਰਕਾਰ ਨੂੰ 72 ਘੰਟੇ ਦਾ ਸਮਾਂ ਦਿੱਤਾ ਸੀ ਜੀ। ਉਹਦੇ ਵਿੱਚ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਿਰਕੀ, ਉਹਨਾਂ ਨੂੰ ਉਹਦੀ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ। ਦੇਖੋ, ਮਜਬੂਰਨ ਸਾਨੂੰ 72 ਘੰਟੇ ਬਾਅਦ ਜਿਹੜਾ ਕਿ ਸੜਕਾਂ ਤੇ ਬਹਿਣਾ ਪਿਆ ਜੀ। 300 ਦੇ ਕਰੀਬ ਐਂਬੂਲੈਂਸਾਂ ਤੁਸੀਂ ਦੇਖ ਰਹੇ ਹੋ ਕਿ ਆ ਚੁੱਕੀਆਂ। ਬਾਕੀ ਜਿਹੜੀਆਂ ਕੁਝ 20-25 ਐਂਬੂਲੈਂਸਾਂ ਉਹ ਰਸਤੇ 'ਚ ਪੁਲਿਸ ਨੇ ਘੇਰ ਕੇ ਕੋਈ ਥਾਣੇ ਲਾ ਲਈ, ਕੋਈ ਕਿਤੇ ਟੋਲ ਪਲਾਜ਼ੇ ਤੇ ਘੇਰੀ ਗਈ ਹੈ। ਪੁਲਿਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਐਂਬੂਲੈਂਸਾਂ ਇੱਥੇ ਨਾ ਪਹੁੰਚਣ, ਲੇਕਿਨ ਫਿਰ ਵੀ ਜਿਹੜੇ ਆ 300 ਦੇ ਕਰੀਬ ਜਿਹੜੀ ਐਂਬੂਲੈਂਸ ਇੱਥੇ ਪਹੁੰਚ ਗਈ ਆ, ਵਰਕਰ ਇੱਥੇ ਪਹੁੰਚੇ ਸਾਰੇ। ਦੇਖੋ, ਜਿਹੜੀ 108 ਦੀ ਜਿਹੜੀ ਭੂਮਿਕਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਭੂਮਿਕਾ ਜੀ। ਬਿਲਕੁਲ ਠੀਕ ਹੈ ਜੀ। ਅਸੀਂ ਅਗਰ ਸਾਡੇ ਘਰ 'ਚੋਂ ਕੋਈ ਬਿਮਾਰ ਹੁੰਦਾ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਹੈ, ਅਸੀਂ ਹਸਪਤਾਲ ਜਾਣਾ ਹੁੰਦਾ, ਜਾਂ ਕੋਈ ਵੀ ਮਾਤੜ ਬੰਦਾ ਜਿਹੜਾ ਨਹੀਂ ਕੋਈ ਆਪਣੀ ਗੱਡੀ ਕਰ ਸਕਦਾ ਜਾਂ ਨਹੀਂ ਇੰਨੀ ਅਰੇਂਜਮੈਂਟ ਕਰ ਸਕਦਾ, ਉਹ 108 ਤੇ ਕਾਲ ਕਰਦਾ। ਬੜੀ ਵੱਡੀ ਭੂਮਿਕਾ ਨਿਭਾਉਂਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ 108 ਨੰਬਰ। ਅਗਰ ਉਹਦਾ ਹੀ ਵਰਕਰ ਖੁਸ਼ ਨਹੀਂ ਹੈ, 9000 ਰੁਪਈਆ ਤਨਖਾਹ ਮਿਲਦੀ ਜੀ ਇਹਨਾਂ ਨੂੰ। 9000 ਰੁਪਈਏ ਦੇ ਵਿੱਚ ਅੱਜ ਕੱਲ੍ਹ ਦੇ ਜੋ ਮਹਿੰਗਾਈ ਦਾ ਦੌਰ ਆ, 9000 ਦੇ ਵਿੱਚ ਗੁਜ਼ਾਰਾ ਕਰਨਾ ਜਿਹੜਾ ਬੜਾ ਮੁਸ਼ਕਿਲ ਹੈ। ਠੀਕ ਹੈ ਜੀ। ਅਸੀਂ ਪੰਜਾਬ ਸਰਕਾਰ ਕੋਲ ਮੰਗ ਕੀਤੀ ਸੀ ਕਿ ਇਹ ਜਿਹੜੇ ਪ੍ਰਾਈਵੇਟ ਕੰਟਰੈਕਟ ਤੁਸੀਂ ਦਿੰਦੇ ਜੇ 5-6 ਕਰੋੜ ਰੁਪਈਆ ਤੁਸੀਂ ਦਿੰਦੇ ਜੇ, ਠੀਕ ਹੈ ਜੀ, ਉਹਨੂੰ ਕੈਂਸਲ ਕਰਕੇ ਉਹ ਕੰਟਰੈਕਟ ਪ੍ਰਾਈਵੇਟ ਕੰਪਨੀਆਂ ਨੂੰ ਕੈਂਸਲ ਕਰਕੇ ਉਹਨੂੰ ਪੰਜਾਬ ਸਰਕਾਰ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਜੀ। ਠੀਕ ਹੈ ਜੀ। ਇਹਦੇ ਵਿੱਚ ਕੀ ਆ ਕਿ ਮੈਂ ਜਿੱਥੋਂ ਤੱਕ ਸੋਚਦਾ ਵਾਂ ਕਿ ਪੰਜਾਬ ਸਰਕਾਰ ਨੂੰ ਇਹਦਾ ਕੋਈ ਫਾਇਦਾ ਹੀ ਹੋਏਗਾ, ਨੁਕਸਾਨ ਨਹੀਂ ਹੋਏਗਾ। ਅਸੀਂ ਚਾਹੁੰਦੇ ਹਾਂ ਕਿ ਕਿਸੇ ਇਹ ਅਦਾਰੇ ਦੇ ਅਧੀਨ ਕਰ ਦੇਣ, DC ਦੇ ਅਧੀਨ ਕਰ ਦੇਣ ਜਾਂ DHS ਦੇ ਅਧੀਨ ਕਰ ਦੇਣ, ਕਿਉਂਕਿ ਦੇਖੋ ਹਰਿਆਣਾ ਸਾਡਾ ਗਵਾਂਢੀ ਸੂਬਾ, ਹਰਿਆਣੇ ਦੇ ਵਿੱਚ ਐਂਬੂਲੈਂਸਾਂ ਦੇ ਜਿਹੜੇ ਵਰਕਰ ਆ ਉਹਨਾਂ ਨੂੰ 35,000 ਰੁਪਈਆ ਤਨਖਾਹ ਦਿੱਤੀ ਜਾਂਦੀ ਆ, ਪਲੱਸ ਉਹਨਾਂ ਨੂੰ ਬੀਮਾ ਉਹ ਸਾਰੀਆਂ ਸਹੂਲਤਾਂ ਮਿਲਦੀਆਂ। ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕੀ ਕੋਈ ਸਹੂਲਤ ਐਂਬੂਲੈਂਸ ਚਾਲਕ ਨੇ ਜਿਹੜੇ ਉਹਨਾਂ ਨੂੰ ਨਹੀਂ ਮਿਲਦੀ? ਜਿਵੇਂ ਤੁਸੀਂ ਸੈਲਰੀ ਦਾ ਜ਼ਿਕਰ ਕੀਤਾ ਕਿ 9000 ਰੁਪਏ ਮਹੀਨਾ ਦਿੱਤਾ ਜਾਂਦਾ, ਸਿਰਫ ਇਹੀ ਇੱਕ ਸਹੂਲਤ ਹੈ ਕਿ ਸੈਲਰੀ ਮਿਲਦੀ ਆ ਜਾਂ ਇਸ ਤੋਂ ਇਲਾਵਾ ਕੋਈ ਹੋਰ ਬੈਨੀਫਿਟ ਵੀ ਮਿਲਦਾ ਹੈ? ਕੋਈ ਬੈਨੀਫਿਟ ਨਹੀਂ ਮਿਲਦਾ ਜੀ। ਸਾਰੇ ਇਸ ਵੇਲੇ ਇੱਥੇ ਖੜੇ ਆ, ਤੁਹਾਡੇ ਕੋਲ 500-600 ਬੰਦਾ ਖਲੋਤਾ ਇੱਥੇ, ਠੀਕ ਹੈ ਜੀ। 12 ਘੰਟੇ ਡਿਊਟੀ ਲਈ ਜਾਂਦੀ ਇਹਨਾਂ ਕੋਲ, 9000 ਰੁਪਈਆ ਸਿਰਫ ਇਹਨਾਂ ਨੂੰ ਮਿਲਦਾ ਜੇ। ਤੇ ਉਹ ਵੀ ਜਿਹੜਾ ਕੰਪਨੀ ਕੀ ਕਰਦੀ ਆ, ਅਗਰ ਕੋਈ ਆਵਾਜ਼ ਚੁੱਕਦਾ ਵਾ, ਉਹਦੀ ਜਿਹੜੀ ਬਦਲੀ ਆ ਉਹਦੇ ਘਰ ਤੋਂ 200 ਕਿਲੋਮੀਟਰ 100 ਕਿਲੋਮੀਟਰ ਦੂਰ ਕਰ ਦਿੱਤੀ ਜਾਂਦੀ ਹੈ। ਤੇ ਇਸ ਕਰਕੇ ਡਰਦਾ ਕੋਈ ਆਵਾਜ਼ ਨਹੀਂ ਚੁੱਕਦਾ। ਫਿਰ ਕੰਪਨੀਆਂ ਦੇ ਤੁਹਾਨੂੰ ਅਗਰ ਅਸੀਂ ਗੱਲਾਂ ਦੱਸਣ ਤੇ ਆ ਗਏ ਕਿ ਇਹਨਾਂ ਦਾ ਜਿਹੜਾ ਬੋਲਣ ਦਾ ਰਵੱਈਆ, ਗਾਲਾਂ ਕੱਢ ਕੇ ਬੋਲਦੇ ਨੇ, ਠੀਕ ਹੈ ਜੀ। ਕਿਉਂਕਿ ਦੇਖੋ, ਇੱਕ ਮੈਂ ਸਿਰਫ ਇੰਨਾ ਚਾਹੁੰਦਾ ਕਿ ਅਗਰ ਸਾਡਾ ਦੇਖੋ ਜਾਨ ਮਾਲ ਦੀ ਹਿਫਾਜ਼ਤ ਕਰਨ ਵਾਲਾ ਅਗਰ ਉਹੀ ਖੁਸ਼ ਨਹੀਂ ਆ, ਤੇ ਫਿਰ ਉਹ ਕਿਸ ਤਰ੍ਹਾਂ ਮਰੀਜ਼ ਦੀ ਚੁੱਕ ਕੇ ਉਹਦੀ ਕੇਅਰ ਕਰੇਗਾ? ਫਿਰ ਤੁਸੀਂ ਐਂਬੂਲੈਂਸਾਂ ਦੇਖ ਲਓ, ਐਂਬੂਲੈਂਸਾਂ ਇਹਨਾਂ ਦੀਆਂ ਇੱਦਾਂ ਦੀਆਂ, ਕਿਸੇ ਦੇ ਟਾਇਰ ਹੈ ਨਹੀਂ, ਕਿਸੇ 'ਚ ਬੈਟਰੀ ਹੈ ਨਹੀਂ, ਧੱਕਾ ਲਾ ਕੇ ਸਟਾਰਟ ਕੀਤੀਆਂ ਜਾਂਦੀਆਂ ਕੁਝ ਐਂਬੂਲੈਂਸਾਂ ਇੱਦਾਂ ਦੀਆਂ ਕਿ ਉਹ ਗਲੀਆਂ ਹੋਈਆਂ ਬਿਲਕੁਲ ਹੀ, ਠੀਕ ਹੈ ਜੀ। ਬਾਕੀ ਜਿਹੜਾ ਕਰੋਨਾ ਕਾਲ ਦੇ ਵਿੱਚ ਇਹਨਾਂ ਨੇ ਬੜੀ ਵੱਡੀ ਭੂਮਿਕਾ ਨਿਭਾਈ ਆ, ਜਿਹੜੇ ਕਿ ਆਪਣਾ ਕਰੋਨਾ ਦੇ ਮਰੀਜ਼ ਨੂੰ, ਜਿਹੜੇ ਕਿ ਆਪਣੇ ਭੈਣ ਭਰਾ ਰਿਸ਼ਤੇਦਾਰ ਵੀ ਨਹੀਂ ਕੋਈ ਮਰੀਜ਼ ਨੂੰ ਹੱਥ ਪਾਉਂਦਾ, ਇਹਨਾਂ ਨੇ ਚੁੱਕ ਹਸਪਤਾਲਾਂ ਦੇ ਵਿੱਚ ਖੜੇ ਸੰਸਕਾਰ ਕੀਤੇ ਉਹਨਾਂ ਦੇ, ਠੀਕ ਹੈ ਜੀ। ਇਹਨਾਂ ਨੇ ਰਿਸਕ ਲਿਆ। ਫਿਰ ਇਹਨਾਂ ਨੂੰ ਦਿੱਤਾ ਕੀ ਗਿਆ ਜੀ? ਆਹ ਗਲਵਜ਼ ਨੇ, ਦੇਖੋ ਇਹਨਾਂ ਦੀ ਕੁਆਲਿਟੀ ਵੇਖੋ, ਬਿਲਕੁਲ ਲੂਜ਼ ਗਲਵਜ਼ ਨੇ, ਬਿਲਕੁਲ ਲੂਜ਼, ਜਿਹੜਾ ਕਿ ਬਿਲਕੁਲ ਹੱਥ ਤੇ ਪੂਰੇ ਵੀ ਨਹੀਂ ਆਉਂਦੇ ਹੈਗੇ। ਪਾੜ ਦਿੰਦੇ ਭਾਜੀ, ਹੱਥ ਤੇ ਪਾਉਣੇ ਅਸੀਂ ਪਾੜ ਦਿੰਦੇ, ਬਿਲਕੁਲ ਸਾਈਜ਼ ਨਹੀਂ ਆਉਂਦਾ ਹੈਗਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ। ਗਲਵਜ਼ ਜਿਹੜੇ ਮਿਲੇ ਨੇ ਹੱਥ ਦੇ ਉੱਤੇ ਪਾਇਆ ਤਾਂ ਨਾਲ ਦੀ ਨਾਲ ਉਹ ਜਿਹੜਾ ਪਾੜ ਚੁੱਕਿਆ ਵਾ।
ਤੇ ਦੱਸੋ ਇਹਨਾਂ ਨੇ ਕਿੱਡਾ ਰਿਸਕ ਲੈ ਕੇ ਕਿੱਡੀ ਸੇਵਾ ਨਿਭਾਈ, ਠੀਕ ਹੈ ਜੀ। ਇਹਦੇ ਬਾਵਜੂਦ ਆਹ ਵੇਖੋ ਕੁਆਲਿਟੀ ਇਹਨਾਂ ਦੀ। ਸਿਰਫ ਦੇਖੋ ਅਸੀਂ ਕੋਈ ਸਰਕਾਰ ਦਾ ਮਾੜਾ ਨਹੀਂ ਸੋਚਦੇ, ਅਸੀਂ ਸਿਰਫ ਇਹਨਾਂ ਚਾਹੁੰਦੇ ਕਿ ਇੱਕ ਵਾਰੀ ਸਰਕਾਰ ਸਾਡੀ ਗੱਲ ਸੁਣੇ। ਸੀਐਮ ਸਾਹਿਬ ਨੂੰ ਅਸੀਂ ਮਿਲਣਾ ਚਾਹੁੰਦੇ ਆ। ਅਗਰ ਸੀਐਮ ਸਾਹਿਬ ਸਾਡੀ ਗੱਲ ਸੁਣਨਗੇ ਤੇ ਮੇਰੇ ਖਿਆਲ ਨਾਲ ਪੰਜਾਬ ਸਰਕਾਰ ਘਾਟੇ 'ਚ ਨਹੀਂ ਜਾਏਗੀ, ਉਹਦਾ ਫਾਇਦਾ ਹੀ ਹੋਏਗਾ। ਜਿਹੜਾ 5-6 ਕਰੋੜ ਰੁਪਈਆ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾਂਦਾ, ਅਗਰ ਸਰਕਾਰ ਇਹ ਆਪਣੇ ਕੋਲ ਚਲਾਵੇ ਤੇ ਮੇਰੇ ਖਿਆਲ ਨਾਲ ਅੱਧਾ ਖਰਚਾ ਵੀ ਨਹੀਂ ਆਉਂਦਾ। ਅੱਧੇ 3 ਕਰੋੜ ਰੁਪਈਆ 2 ਕਰੋੜ ਰੁਪਈਆ ਇਹਨਾਂ ਨੂੰ ਬਚੇਗਾ ਹੀ, ਇਹਦਾ ਫਾਇਦਾ ਹੀ ਹੋਏਗਾ, ਇਹਦਾ ਨੁਕਸਾਨ ਨਹੀਂ ਹੋਏਗਾ ਪੰਜਾਬ ਸਰਕਾਰ। ਤੁਹਾਡੀ ਕਿਸੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੋਏਗੀ, ਉਹਨਾਂ ਦਾ ਕੀ ਕਹਿਣਾ ਹੈ ਇਸ ਮਸਲੇ ਨੂੰ ਲੈ ਕੇ? ਦੇਖੋ ਜੀ, ਫਿਲਹਾਲ ਉਦੋਂ ਦਾ ਤੇ ਸਾਡੇ ਕੋਲ ਕੋਈ ਆਇਆ ਨਹੀਂ ਸੀ। ਹੁਣ ਅੱਜ ਸਾਡੇ ਕੋਲ ਕੁਝ ADC ਆਏ ਸੀ ਇੱਥੇ ਦੇ ADC ਸਾਹਿਬ, ਉਹਨਾਂ ਨੇ ਮੰਤਰੀ ਆਪਣੇ ਕੱਲ ਮੰਤਰੀ ਬਣੇ ਆ ਹੈਲਥ ਮਿਨਿਸਟਰ। ਹੈਲਥ ਮਿਨਿਸਟਰ ਉਹਨਾਂ ਕੋਲ ਟਾਈਮ ਲਿਆ ਹੋਇਆ। ਸਾਡੇ ਕੁਝ ਇੱਥੋਂ ਅਧਿਕਾਰੀ 2-3 ਬੰਦੇ ਉੱਥੇ ਗਏ ਉਹਨਾਂ ਨੂੰ ਮਿਲਣ ਵਾਸਤੇ। ਅਗਰ ਦੇਖੋ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਆ ਕਿ ਸੀਐਮ ਸਾਡੇ ਕੋਲ ਸਾਨੂੰ ਟਾਈਮ ਚਾਹੀਦਾ। ਅਗਰ ਤੇ ਉਹ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਕਰਵਾ ਦਿੰਦੇ ਆ, ਠੀਕ ਆ, ਤੇ ਗੱਲ ਸਾਡੀ ਮੰਨ ਲੈਂਦੇ ਆ ਕਿ ਪ੍ਰਾਈਵੇਟ ਕੰਟਰੈਕਟ ਕੈਂਸਲ ਕਰਦੇ ਆ, ਫਿਰ ਠੀਕ ਆ, ਨਹੀਂ ਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ। ਅਸੀਂ ਉਹਨਾਂ ਦੀ ਇੱਜ਼ਤ ਰੱਖੀ, ਅਸੀਂ ਉਹਨਾਂ ਦੇ ਕਹਿਣ ਤੇ ਅਸੀਂ ਬੰਦੇ ਚੰਡੀਗੜ੍ਹ ਭੇਜਤੇ ਉਹਨਾਂ ਨੂੰ ਮਿਲਣ ਵਾਸਤੇ। ਤੇ ਮੇਰੇ ਖਿਆਲ ਨਾਲ ਜੇ ਗੱਲ ਹੋ ਜੇ ਤੇ ਵਧੀਆ, ਕਿਉਂਕਿ ਸਾਨੂੰ ਵੀ ਕੋਈ ਸ਼ੌਕ ਨਹੀਂ ਹੈ ਸੜਕਾਂ ਤੇ ਬਹਿਣ ਦਾ। ਠੰਡ ਦਾ ਟਾਈਮ ਆ, ਕੱਲ ਤਿਉਹਾਰ ਵੀ ਆ, ਲੋਹੜੀ ਆ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਜਿਹੜੀ ਲੋਹੜੀ ਆ ਸੜਕਾਂ ਤੇ ਮਨਾਈਏ, ਤੇ ਕਿਉਂਕਿ ਆਵਾਜਾਈ ਵੀ ਠੱਪ ਹੋ ਜਾਏਗੀ, ਅਸੀਂ ਰੋਡ ਜਾਮ ਕਰ ਦਿਆਂਗੇ। ਇਹਦੇ ਵਿੱਚ ਕੀ ਆ ਕਿ ਹੁਣ ਕਿਸੇ ਨੇ ਆਪਣੀ ਧੀ ਕੋ ਜਾਣਾ, ਕਿਸੇ ਨੇ ਭੈਣ ਕੋ ਜਾਣਾ, ਇਹਦੇ ਵਿੱਚ ਲੋਕ ਖਰਾਬ ਹੋਣਗੇ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਨੁਕਸਾਨ ਹੋਵੇ। ਇਸ ਲਈ ਸਾਡੀ ਬੇਨਤੀ ਆ ਸਰਕਾਰ ਨੂੰ ਕਿ ਸਾਡੀ ਜਲਦੀ ਤੋਂ ਜਲਦੀ ਗੱਲ ਸੁਣੇ। ਤਾਂ ਸਰ, ਸਿਹਤ ਮੰਤਰੀ ਨਾਲ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨਾਲ ਗੱਲਬਾਤ ਹੋਣੀ ਹੈ, ਮੀਟਿੰਗ ਹੋਣੀ ਹੈ, ਤਾਂ ਉਮੀਦ ਹੈ ਕਿ ਉੱਥੇ ਕੋਈ ਹੱਲ ਨਿਕਲ ਸਕਦਾ? ਸ਼ਾਇਦ ਸੀਐਮ ਸਾਹਿਬ ਤੱਕ ਜਾਣ ਦੀ ਜ਼ਰੂਰਤ ਹੀ ਨਾ ਪਵੇ। ਦੇਖੋ, ਅਗਰ ਤੇ ਕੋਈ ਹੱਲ ਨਿਕਲ ਗਿਆ ਠੀਕ ਆ, ਕਿਉਂਕਿ ਭਰੋਸਾ ਇੱਕ ਵਾਰੀ ਨਹੀਂ ਦਵਾਇਆ ਗਿਆ, ਇਹ ਪਹਿਲਾਂ ਵੀ 2-3 ਵਾਰੀ ਹੋ ਚੁੱਕਾ। ਇਹ ਪਹਿਲਾਂ ਵੀ ਇਹਨਾਂ ਨੇ ਆਪਣਾ ਜਿਹੜਾ ਚਲਾਇਆ ਹੋਇਆ ਸੀ, ਮੁਹਿੰਮ ਸ਼ੁਰੂ ਕੀਤੀ ਸੀ, ਉਹਦੇ ਵਿੱਚ ਕੀ ਕਿ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਨੂੰ ਜਾਂ ਤੇ ਕੰਮ ਤੋਂ ਕੱਢ ਦਿੱਤਾ ਗਿਆ ਤੇ ਜਾਂ ਉਹਨਾਂ ਦੀਆਂ ਬਾਲੀਆਂ ਦੂਰ ਕਰ ਦਿੱਤੀਆਂ ਗਈਆਂ। ਠੀਕ ਹੈ ਜੀ, ਮਿਸ਼ਨ ਫੇਲ ਹੋ ਗਿਆ। ਹੁਣ ਅਗਰ ਜੇ ਤੇ ਅੱਜ ਸਾਨੂੰ ਵਿਸ਼ਵਾਸ ਹੋ ਜਾਂਦਾ, ਭਰੋਸਾ ਦਿੰਦੇ ਆ ਮੰਤਰੀ ਸਾਹਿਬ, ਤੇ ਠੀਕ ਆ, ਨਹੀਂ ਤੇ ਫਿਰ ਅਣਮਿੱਥੇ ਸਮੇਂ ਲਈ ਜਿਹੜਾ ਇਹ 108 ਜਿਹੜੀ ਆ ਇੱਥੇ ਹੀ ਖੜੀ ਰਹੇਗੀ ਜਿੱਥੇ ਹੈਗੀ ਆ। ਸਾਡੇ ਭਾਵੇਂ ਡਾਂਗਾ ਮਾਰਨ, ਸਾਨੂੰ ਭਾਵੇਂ ਚੁੱਕ ਕੇ ਠਾਲਣ, ਪਰ ਅਸੀਂ ਆਪਣੇ ਜਿਹੜਾ ਵਾ ਇੱਕ ਵਾਰੀ ਰੋਡ ਤੇ ਬਹਿ ਗਏ ਫਿਰ ਅਸੀਂ ਖਾਲੀ ਨਹੀਂ ਕਰਾਂਗੇ। ਤਾਂ ਸਰ, ਜੇਕਰ ਸੇਵਾਵਾਂ ਦੀ ਗੱਲ ਕਰੀਏ, ਜਿਵੇਂ ਤੁਸੀਂ ਖੁਦ ਵੀ ਜ਼ਿਕਰ ਕੀਤਾ ਕਿ ਜਿਹੜੇ ਗਰੀਬ ਵਰਗ ਨਾਲ ਸੰਬੰਧਿਤ ਲੋਕ ਨੇ, ਉਹ ਇਹਨਾਂ ਸੇਵਾਵਾਂ ਨੂੰ ਜਿਹੜਾ ਉਹਨਾਂ ਨੂੰ ਇਹ ਮੁਹੱਈਆ ਹੁੰਦੀਆਂ ਨੇ ਨਾ, ਉਹੀ ਲੋਕ ਤੁਹਾਨੂੰ ਫੋਨ ਕਰਦੇ ਨੇ ਜਿਨ੍ਹਾਂ ਦੇ ਕੋਲੇ ਜ਼ਿਆਦਾ ਪੈਸੇ ਨਹੀਂ ਹੈ ਜਾਂ ਫਿਰ ਉਹਨਾਂ ਦਾ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੈ। ਤੇ ਉਹੀ ਲੋਕ ਹੁਣ ਤੰਗ ਪਰੇਸ਼ਾਨ ਵੀ ਹੋਣਗੇ ਕਿਉਂਕਿ ਤੁਹਾਡੀ ਸਟ੍ਰਾਈਕ ਦੇ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਕੀ ਲੱਗਦਾ ਕਿ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਫਿਰ ਉਹ ਕਿਸ ਤਰੀਕੇ ਨਾਲ ਹੱਲ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਆਮ ਲੋਕ ਨੇ ਜਿਹੜੇ ਉਹਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ? ਦੇਖੋ ਜੀ, ਮੈਂ ਨਾ ਇੱਕ ਰਾਤ ਕੱਲ ਅਸੀਂ ਮੈਂ ਲਾਈਵ ਪਾਇਆ ਸੀ ਜੀ, ਉਹਦੇ ਵਿੱਚ ਮੈਂ ਸਪੈਸ਼ਲ ਅਪੀਲ ਕੀਤੀ ਸੀ ਕਿ ਜਿਹੜੀਆਂ ਅਗਰ ਕਿਸੇ ਨੂੰ ਪਰੇਸ਼ਾਨੀ ਆਉਂਦੀ ਆ 108 ਦੀ ਵੇਟ ਨਾ ਕਰੇ, ਕਿਉਂਕਿ ਅਸੀਂ ਜਿਹੜੀਆਂ ਸੇਵਾਵਾਂ ਜਿਹੜੀਆਂ ਬੰਦ ਕਰ ਰਹੇ ਹਾਂ। ਤੇ ਮੇਰੇ ਖਿਆਲ ਉਹ ਕਾਫੀ ਲੋਕਾਂ ਨੇ ਵੇਖਿਆ ਹੋਇਆ, ਲੱਖ ਤੋਂ ਉੱਪਰ ਲੋਕ ਨੇ ਵੇਖ ਲਿਆ, ਤੇ ਲੋਕਾਂ ਤੱਕ ਆਵਾਜ਼ ਪਹੁੰਚ ਗਈ ਆ ਕਿ 108 ਜਿਹੜੀ ਆ ਹਾਲੇ ਸੇਵਾ 'ਚ ਨਹੀਂ ਹੈਗੀ। ਤੇ ਮੇਰੇ ਖਿਆਲ ਨਾਲ ਅਰੇਂਜਮੈਂਟ ਲੋਕ ਆਪਣਾ ਕਰ ਲੈਣਗੇ, ਤੇ ਬਾਕੀ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦਾ ਕੋਈ ਨਾ ਕੋਈ ਅਰੇਂਜਮੈਂਟ ਕਰੇ, ਕਿਉਂਕਿ ਸਾਡੀਆਂ ਅਗਰ ਮੰਗਾਂ ਨਾ ਮੰਨੀਆਂ ਗਈਆਂ ਤੇ ਅਣਮਿੱਥੇ ਸਮੇਂ ਲਈ ਜਿਹੜਾ ਇਹ ਹਮੇਸ਼ਾ ਲਈ ਬੰਦ ਕੀਤੀ ਜਾਊਗੀ ਸੇਵਾ। ਤਾਂ ਸਰ, ਅਗਲੀ ਰਣਨੀਤੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਣਮਿੱਥੇ ਸਮੇਂ ਲਈ ਬੰਦ ਕੀਤਾ ਜਾਏਗਾ, ਇਸ ਤੋਂ ਇਲਾਵਾ ਵੀ ਕੋਈ ਪ੍ਰੋਟੈਸਟ ਹੋਏਗਾ ਜਾਂ ਇਸ ਤੋਂ ਇਲਾਵਾ ਕੋਈ ਹੋਰ ਰਣਨੀਤੀ ਵੀ ਅਪਣਾਈ ਜਾਏਗੀ? ਬਿਲਕੁਲ ਜੀ, ਸਿਰਫ ਅਗਰ ਇਹੀ ਸਰਕਾਰ ਸਾਡੀ ਮੰਗ ਮੰਨ ਲੈਂਦੀ ਆ, ਪ੍ਰਾਈਵੇਟ ਕੰਟਰੈਕਟ ਕੈਂਸਲ ਕਰਕੇ ਸਰਕਾਰ ਆਪਣੇ ਹੱਥ 'ਚ ਲੈਂਦੀ ਆ 108, ਤੇ ਇਹਦੀਆਂ ਸੇਵਾਵਾਂ ਜਿਹੜੀਆਂ ਆਟੋਮੈਟਿਕ ਹੀ ਬਿਹਤਰ ਹੋ ਜਾਣਗੀਆਂ। ਕਿਉਂਕਿ ਇੱਕ ਤੇ ਮੁਲਾਜ਼ਮਾਂ ਦੀ ਤਨਖਾਹ ਵੱਧ ਜਾਏਗੀ, ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਆ, ਦੇਖੋ ਹਰਿਆਣਾ ਯੂਪੀ ਚੱਲ ਰਿਹਾ, ਦੇਖੋ 30-35 ਹਜ਼ਾਰ ਰੁਪਏ ਉਹਨਾਂ ਦੀ ਤਨਖਾਹ, ਉਹੀ ਬਜਟ ਉਹ ਇਹ ਦੇ ਰਹੇ ਆ ਪ੍ਰਾਈਵੇਟ ਕੰਟਰੈਕਟ, ਤੇ ਉਹੀ ਬਜਟ ਜਿਹੜਾ ਆਪਣੇ ਸਰਕਾਰ ਆਪਣੇ ਕੋਲ ਰੱਖ ਕੇ ਤਨਖਾਹਾਂ ਵੀ ਵੱਧ ਦੇ ਰਹੀ ਆ, ਇਹਨਾਂ ਦੇ ਬੀਮੇ ਵੀ ਦੇ ਰਹੀ ਆ, ਤੇ ਫਿਰ ਸਾਰਾ ਕੁਝ ਮਿਲ ਜਾਏਗਾ ਇਹਨਾਂ ਨੂੰ ਜੀ। ਤਾਂ ਸਰ, ਤੁਸੀਂ ਖੁਦ ਇੱਕ ਐਂਬੂਲੈਂਸ ਚਾਲਕ ਹੋ, ਜੇਕਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂ ਕਿ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਨੂੰ ਲੈ ਕੇ ਤੁਸੀਂ ਸਰਕਾਰ ਦੇ ਤੱਕ ਜਾਂ ਫਿਰ ਜਿਹੜੇ ਅਧਿਕਾਰੀ ਨੂੰ ਉਹਨਾਂ ਤੱਕ ਮੰਗ ਪਹੁੰਚਾਈ ਹੋਵੇ? ਕਦੇ ਕੋਈ ਇਦਾਂ ਦੀਆਂ ਪ੍ਰੋਬਲਮਸ ਵੀ ਹੈਗੀਆਂ ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ? ਸਰ, ਅਸੀਂ ਜਦੋਂ ਸਰਕਾਰ ਸਟਾਰਟਿੰਗ ਬਣਦੇ ਸੀ ਪਹਿਲਾਂ ਵੀ ਮੰਗ ਪੱਤਰ ਦਿੱਤੇ, ਜਦੋਂ ਸਰਕਾਰ ਬਣ ਗਈ ਸੀ 92 MLA ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤੇ, ਕਿਉਂਕਿ ਸਾਨੂੰ 11 ਸਾਲ ਹੋ ਗਏ ਵੇਟ ਕਰਦਿਆਂ ਨੂੰ। ਅਸੀਂ ਜਿੰਨੇ ਵੀ ਹੁਣ ਤੱਕ ਦੇ ਸਿਹਤ ਮੰਤਰੀ ਰਹੇ ਨੇ, ਚਾਹੇ ਉਹ ਬਲਵੀਰ ਸਿੰਘ ਸਿੱਧੂ ਹੋਏ ਪਹਿਲਾਂ ਕਾਂਗਰਸ ਦੇ ਟਾਈਮ 'ਚ, ਚਾਹੇ ਉਹ ਚੇਤਨ ਸਿੰਘ ਜੋੜੇ ਮਾਜਰਾ ਹੋਏ,
ਤੇ ਹੁਣ ਵਾਲੇ ਨੂੰ ਵੀ ਜਿਹੜੇ ਹੁਣ ਹੋਏ ਨੇ ਸਿੰਗਲਾ ਸਾਹਿਬ ਹੋਏ ਉਹਨਾਂ ਨੂੰ ਵੀ ਵਾਰ-ਵਾਰ ਮੰਗ ਪੱਤਰ ਦਿੰਦੇ ਰਹੇ ਆ, ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ ਸਾਡੀ। ਉਹ ਜਿਹੜੇ ਮੰਗ ਪੱਤਰ ਸੀ ਸਿਰਫ ਡਸਟਬਿਨ 'ਚ ਹੀ ਗਏ ਆ, ਉਹਨਾਂ ਬਾਰੇ ਕਿਸੇ ਨੇ ਵੀ ਵਿਚਾਰ ਨਹੀਂ ਕੀਤਾ। ਅੰਤਮ ਸਾਨੂੰ ਹਾਰ ਕੇ ਜਿਹੜਾ ਲਾਸਟ ਡਿਸੀਜਨ ਜਿਹੜਾ ਇਸ ਸਟ੍ਰਾਈਕ ਦਾ ਲੈਣਾ ਪਿਆ। ਤਾਂ ਸਰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਸੇਵਾਵਾਂ ਨਿਭਾਉਂਦੇ ਹੋਏ, ਕਿੰਨੇ ਸਾਲ ਹੋ ਚੁੱਕੇ ਹੈ? ਸਾਨੂੰ ਤਕਰੀਬਨ 6-7 ਸਾਲ ਹੋ ਗਏ ਜੀ। ਤਾਂ 6-7 ਸਾਲ ਜਿਵੇਂ ਤੁਸੀਂ ਦੱਸ ਰਹੇ ਹੋ, ਇਸ ਤੋਂ ਪਹਿਲਾਂ ਐਂਬੂਲੈਂਸ ਸੇਵਾਵਾਂ ਚੱਲ ਰਹੀਆਂ ਨੇ। ਜੇਕਰ ਮੈਂ ਸੈਲਰੀ ਦਾ ਜ਼ਿਕਰ ਇੱਥੇ ਕਰਾਂ ਕਿ ਜਿਹੜੀ ਸੈਲਰੀ ਤੁਸੀਂ 9000 ਰੁਪਏ ਦੱਸੀ ਆ, ਇਹ ਇੰਨੀ ਹੀ ਹੈ ਸ਼ੁਰੂ ਤੋਂ ਲੈ ਕੇ, ਜਾਂ ਫਿਰ ਇਹਦੇ ਵਿੱਚ ਕੁਝ ਵਾਧਾ ਵੀ ਹੋਇਆ ਕਿ ਇਨਕਰੀਮੈਂਟ ਲੱਗਿਆ ਵਾ? ਸ਼ੁਰੂ ਤੋਂ ਕੋਈ ਐਗਰੀਮੈਂਟ ਨਹੀਂ ਲੱਗਿਆ ਹੋਇਆ, ਹਾਲਾਂਕਿ ਐਗਰੀਮੈਂਟ ਦੇ ਵਿੱਚ ਲਿਖਿਆ ਹੋਇਆ ਹੈ ਹਰ ਸਾਲ 12% ਦਾ ਵਾਧਾ ਕੀਤਾ ਜਾਊਗਾ, ਪਰ ਵਾਧਾ ਨਹੀਂ ਕੀਤਾ ਜਾਂਦਾ। ਨਾ ਹੀ ਵੀਕਲੀ ਛੁੱਟੀ ਦਿੱਤੀ ਜਾਂਦੀ ਹੈ, ਕੋਈ ਆਫ ਵੀ ਨਹੀਂ ਮਿਲਦਾ ਸਰ? ਕੋਈ ਆਫ ਨਹੀਂ, ਆਫ ਹੀ ਬੰਦ ਕਰ ਦਿੱਤੇ ਗਏ ਕੰਪਨੀ ਵੱਲੋਂ। ਔਰ ਜਿਹੜਾ 12 ਘੰਟੇ ਡਿਊਟੀ ਕਰਾ ਕੇ ਕੇਵਲ 9500 ਰੁਪਏ ਤਨਖਾਹ ਪਾਈ ਜਾਂਦੀ ਹੈ, ਔਰ ਕੁਝ ਵੀ ਵਾਧਾ ਨਹੀਂ, ਕੋਈ ਸਹੂਲਤ ਨਹੀਂ। ਜਿੱਦਾਂ ਆਮ ਪਬਲਿਕ ਨੂੰ 10 ਰੁਪਏ ਦੀ ਪਰਚੀ ਕਟਾਉਣੀ ਪੈਂਦੀ ਹੈ, ਟੈਸਟ ਕਰਵਾਉਣੇ ਪੈਂਦੇ ਆ, ਹਰ ਇੱਕ ਸਾਡੀ ਉਹ ਆਮ ਪਬਲਿਕ ਦਾ ਰਵੱਈਆ ਹੀ ਸਾਡੇ ਨਾਲ ਵਰਤਿਆ ਜਾਂਦਾ ਹੈ। ਹਾਲਾਂਕਿ ਜਿਹੜੇ ਇਹ ਸਰਕਾਰੀ ਐਂਬੂਲੈਂਸ ਹੈ, ਹਰ ਇੱਕ CSC ਵਿੱਚ ਐਂਬੂਲੈਂਸ ਖੜ੍ਹਦੀ ਹੈ, ਸਰਕਾਰ ਦੀ ਐਂਬੂਲੈਂਸ ਹੈ, ਉੱਥੇ ਕੁਆਟਰ ਖਾਲੀ ਹੈ, ਪਰ ਸਾਡੇ ਸਟਾਫ ਨੂੰ ਕੁਆਟਰ ਕਮਰਿਆਂ ਤੱਕ ਨਹੀਂ ਦਿੱਤੇ ਜਾਂਦੇ ਹੈਗੇ। ਤਾਂ ਇਸ ਤੋਂ ਇਲਾਵਾ ਕੋਈ ਹੋਰ ਬੈਨੀਫਿਟ, ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਵੀ ਬੈਨੀਫਿਟ ਤੁਹਾਨੂੰ ਨਹੀਂ ਦਿੱਤਾ ਜਾਂਦਾ, ਸਿਰਫ ਸੈਲਰੀ ਮਿਲ ਰਹੀ ਹੈ? ਔਰ ਜੇਕਰ ਤੁਸੀਂ ਕਿਸੇ ਅਧਿਕਾਰੀ ਦੇ ਕੋਲੇ ਮੰਨ ਲਓ ਲੀਵ ਲੈਣ ਜਾਂਦੇ ਹੋ, ਮੈਂ ਇਸ ਕਰਕੇ ਪੁੱਛ ਰਿਹਾ ਤਾਂ ਕਿ ਪਤਾ ਲੱਗ ਸਕੇ ਕਿ ਤੁਹਾਡੀਆਂ, ਕਿਉਂਕਿ ਘਰ ਦੀਆਂ ਮਜਬੂਰੀਆਂ ਵੀ ਹੁੰਦੀਆਂ, ਹਰ ਇਨਸਾਨ ਦੀ ਆਪਣੀ ਫੈਮਿਲੀ ਵੀ ਹੁੰਦੀ ਹੈ ਨਾ, ਤਾਂ ਜੇਕਰ ਤੁਸੀਂ ਕਿਸੇ ਛੁੱਟੀ ਲਈ ਜਾਂਦੇ ਹੋ ਕਦੇ ਜਾਂ ਫਿਰ ਕੋਈ ਲੀਵ ਮੰਗਦੇ ਹੋ, ਉੱਥੇ ਫਿਰ ਕਿਵੇਂ ਦਾ ਜਿਹੜਾ ਰਿਸਪੌਂਸ ਮਿਲਦਾ? ਸਰ ਆਪਸ ਵਿੱਚ ਐਡਜਸਟਮੈਂਟ ਕਰ ਲਓ ਬਸ। ਆਪਸ ਵਿੱਚ ਕਹਿੰਦੇ ਵੀ ਐਡਜਸਟਮੈਂਟ ਕਰ ਲਓ, ਕੋਈ ਛੁੱਟੀ ਨਹੀਂ ਮਿਲਣੀ ਤੁਹਾਨੂੰ। ਵੀਕਲੀ ਆਫ ਅੱਗੇ ਮਿਲਦੇ ਸੀ, 4 ਮਿਲਦੇ ਸੀ, ਹੁਣ ਉਹ ਵੀ ਕੋਈ ਨਹੀਂ ਮਿਲਦਾ ਜੀ। ਸਰ ਲਿਮਟਿਡ ਕੰਪਨੀ ਦਾ ਰੂਲ ਹੁੰਦਾ ਹੈ 15 CL ਤੇ 30 PL ਛੁੱਟੀਆਂ ਹੁੰਦੀਆਂ ਨੇ ਸਾਲ ਦੇ ਵਿੱਚ, ਜਿਹੜੀਆਂ ਫ੍ਰੀ ਆਪਾਂ ਲੈ ਸਕਦੇ ਹਾਂ। 15 ਛੁੱਟੀਆਂ ਤੇ ਆਪਾਂ ਨੂੰ ਵਿਦ ਪੇ ਆਉਂਦੀ ਹੈ, ਪਰ ਉਹ ਵੀ ਇਹਨਾਂ ਨੇ ਬੰਦ ਕੀਤੀਆਂ ਹੋਈਆਂ ਨੇ। ਅਗਰ ਜੇ ਅਸੀਂ ਸੈਲਰੀ ਸਲਿੱਪ ਮੰਗਦੇ ਹਾਂ ਤੇ ਉਹਦੇ ਵਿੱਚ ਕੁਝ ਕੰਡੀਸ਼ਨਾਂ ਲਿਖੀਆਂ ਗਈਆਂ ਨੇ ਕਿ ਅਗਰ ਤੁਸੀਂ ਕਿਸੇ ਨਾਲ ਇਹ ਸ਼ੇਅਰ ਕਰਦੇ ਹੋ ਤਾਂ ਤੁਹਾਨੂੰ ਟਰਮੀਨੇਸ਼ਨ ਜਾਂ ਟਰਾਂਸਫਰ ਕਰ ਦਿੱਤਾ ਜਾਊਗਾ। ਕੰਪਨੀ ਮਤਲਬ ਕਿ ਇੰਨਾ ਕੁ ਡਰਾਉਂਦੀ ਹੈ, ਆਫਿਸ ਛੱਡ ਕੇ ਆਫਿਸ ਬੁਲਾ ਕੇ ਸਾਨੂੰ ਇੰਨਾ ਕੁ ਜਲੀਲ ਕੀਤਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਕਿ ਪੁੱਛੋ ਨਾ ਕੁਛ ਵੀ। ਤਾਂ ਸਰ ਫਿਰ ਆਮ ਲੋਕ ਨੇ ਜਿਹੜੇ ਹੁਣ ਉਹ ਕੀ ਉਮੀਦ ਰੱਖਣ? ਕਿਉਂਕਿ ਆਮ ਲੋਕ, ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੰਗ ਪਰੇਸ਼ਾਨ ਆਮ ਲੋਕਾਂ ਨੇ ਹੋਣਾ ਨਾ, ਜਿਹੜੇ ਗਰੀਬ ਵਰਗ ਨਾਲ ਸੰਬੰਧਿਤ ਨੇ, ਜਿਹਨਾਂ ਦੇ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਹੈ, ਤਾਂ ਉਹ ਲੋਕ ਹਮੇਸ਼ਾ ਤੁਹਾਡੀਆਂ ਸੇਵਾਵਾਂ ਲੈਂਦੇ ਨੇ। ਤੁਸੀਂ ਅਕਸਰ ਦੇਖਦੇ ਹੋਵੋਗੇ ਕਿ ਕਿਹੜੇ ਪਰਿਵਾਰ ਸਾਡੇ ਵੇਖੋ, ਸਾਡਾ ਵੇਖੋ ਪਹਿਲਾਂ ਸਾਡੇ ਘਰਾਂ ਦਾ ਗੁਜ਼ਾਰਾ ਚੱਲਣ ਡਿਆ, ਅਸੀਂ ਕਿਹੜੇ ਖਾਸ ਲੋਕ ਆ? ਅਸੀਂ ਵੇਖੋ ਵੀ ਸਾਡਾ ਵੀ ਉਦਾਂ ਹੀ ਆ, ਅਸੀਂ ਵੀ ਉਹਨਾਂ ਵਰਗੇ ਆ ਜਿਹੜੇ ਉਹ ਲੋਕ ਉਦਾਂ ਦੇ। ਸਾਡਾ ਵੀ ਉਹੀ ਹੈ। 10 ਰੁਪਏ ਪਰਚੀ ਸਾਡੀ ਵੀ ਸਿਵਲ ਹਸਪੀਟਲ ਸਾਡੀ ਵੀ ਪਰਚੀ, ਸਾਡੇ ਵੀ ਟੈਸਟ ਮੁੱਲ ਹੁੰਦੇ, ਸਭ ਕੁਝ ਹੁੰਦਾ, ਸਾਡੇ ਪੈਸੇ ਲੱਗਦੇ। ਸਰਕਾਰ ਨੂੰ ਸੋਚਣਾ ਚਾਹੀਦਾ ਹੈ, ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੀ ਜਲਦ ਤੋਂ ਜਲਦ ਸਾਡਾ ਹੱਲ ਕਰਕੇ ਥੋੜਾ ਟਾਈਮ ਨੇ 11 ਸਾਲ ਹੋ ਚੱਲੇ। 2 ਲੱਖ ਰੁਪਏ ਤਨਖਾਹ ਪੁਲਿਸ ਦੀ, ਉਹਨਾਂ ਟੋਲ ਪਲਾਜ਼ੇ ਨਹੀਂ ਲੱਗਦੇ, ਸਾਡੇ ਲੱਗਦੇ ਜੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅੱਜ ਅਸੀਂ ਬੜੇ ਸ਼ਾਂਤਮਈ ਢੰਗ ਨਾਲ ਬੈਠੇ ਹੋਏ ਆ ਇੱਕ ਸਾਈਡ ਤੇ, ਠੀਕ ਹੈ ਜੀ। ਕੁਝ ਦੇਰ ਬਾਅਦ 1-2 ਘੰਟਿਆਂ ਬਾਅਦ ਇਹੀ ਤੁਹਾਨੂੰ ਜਿਹੜੇ ਬੰਦੇ ਆ ਇਹ ਫਿਰ ਆਪਣੀ ਆਈ ਤੇ ਆਉਣਗੇ। ਇਹ ਫਿਰ ਰੋਡ ਜਿਹੜਾ ਅਣਮਿੱਥੇ ਸਮੇਂ ਲਈ ਜਿਹੜਾ ਬੰਦ ਕਰ ਦਿੱਤਾ ਜਾਏਗਾ ਤੇ ਜਿਹੜੀਆਂ ਆਪਣੇ ਹੱਕ ਲੈ ਕੇ ਜਾਵਾਂਗੇ, ਇੱਥੋਂ ਨਹੀਂ ਤੇ ਉਦਾਂ ਨਹੀਂ ਜਾਵਾਂਗੇ। 10 ਸਾਲ ਦੀ ਬੇਟੀ ਹੋ ਗਈ ਜੀ, ਤੇ ਹੋਰ 10 ਸਾਲਾਂ ਨੂੰ ਵਿਆਹਣੀ ਪੈਣੀ ਆ, ਤੇ ਕਿੱਥੋਂ ਵਿਆਹਾਂਗੇ 9000 ਜੀ? ਤੁਸੀਂ ਦੱਸ ਦਿਓ ਉਹਨੂੰ। ਬਿਲਕੁਲ ਜੀ। 2 ਬੱਚੇ ਆ ਭਾਜੀ ਮੇਰੇ, ਦੋਵੇਂ ਪ੍ਰਾਈਵੇਟ ਸਕੂਲੇ ਜਾਂਦੇ ਆ। ਦੇਖੋ ਜੇ ਥੋੜਾ ਬਹੁਤਾ ਪਾਪਾ ਨਾ ਸਾਥ ਦੇਣ ਨਾ, ਸਾਡੇ ਘਰ ਦਾ ਨਹੀਂ ਗੁਜ਼ਾਰਾ ਚੱਲਦਾ। ਦੁੱਧ ਦਾ ਤੁਸੀਂ ਲਾ ਲਓ ਕਿ ਸਬਜ਼ੀ ਦਾ ਲਾ ਲਓ, ਬਹੁਤ ਮੁੱਖਾ ਵਾ, ਸਭ ਕੁਝ ਮਹਿੰਗਾਈ ਹਰ ਚੀਜ਼ ਦੀ। ਤਾਂ ਬਿਲਕੁਲ ਜੀ, ਜਿਹੜੀ ਸਟ੍ਰਾਈਕ ਕੀਤੀ ਗਈ ਆ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ, ਇਸ ਸਮੇਂ ਅਸੀਂ ਖੜੇ ਹਾਂ ਜੀ, ਜਿੱਥੇ ਐਂਬੂਲੈਂਸ ਚਾਲਕ ਨੇ ਜਿਹੜੇ ਪਹੁੰਚੇ ਹੋਏ ਨੇ, ਔਰ ਪੂਰੇ ਪੰਜਾਬ ਭਰ ਦੇ ਵਿੱਚੋਂ ਐਂਬੂਲੈਂਸ ਚਾਲਕ ਇੱਥੇ ਪਹੁੰਚੇ ਨੇ। ਔਰ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਇਹਨਾਂ ਦੇ ਵੱਲੋਂ ਜਿਹੜਾ ਰੋਡ ਆ ਉਹ ਜਾਮ ਕੀਤਾ ਜਾਏਗਾ। ਲੁਧਿਆਣਾ ਜਲੰਧਰ ਮੇਨ ਹਾਈਵੇ ਆ, ਲਾਡੋਵਾਲ ਟੋਲ ਪਲਾਜ਼ਾ ਜਿਹੜਾ ਇਸ ਦੇ ਉੱਤੇ ਜਿਹੜਾ ਜਾਮ ਲਗਾ ਦਿੱਤਾ ਜਾਏਗਾ। ਤੇ ਮੀਟਿੰਗ ਇਹਨਾਂ ਦੀ ਅੱਜ ਸਿਹਤ ਮੰਤਰੀ ਦੇ ਨਾਲ ਹੋ ਰਹੀ ਹੈ, ਔਰ ਮੰਗ ਕਰ ਰਹੇ ਨੇ ਕਿ ਜਿਹੜਾ ਕੰਟਰੈਕਟ ਆ ਉਹ ਪ੍ਰਾਈਵੇਟ ਕੰਪਨੀ ਤੋਂ ਰੱਦ ਕਰਕੇ ਪੰਜਾਬ ਸਰਕਾਰ ਆਪਣੇ ਹੱਥਾਂ ਦੇ ਵਿੱਚ ਲਏ। ਤਾਂ ਦੇਖਣਾ ਹੋਏਗਾ ਇਸ ਮੰਗ ਨੂੰ ਮੰਨਿਆ ਜਾਏਗਾ ਜਾਂ ਨਹੀਂ, ਜਾਂ ਫਿਰ ਕੀ ਇਹਨਾਂ ਨੂੰ ਹੱਲ ਦੱਸਿਆ ਜਾਏਗਾ, ਔਰ ਆਉਣ ਵਾਲੇ ਟਾਈਮ ਦੇ ਵਿੱਚ ਐਂਬੂਲੈਂਸ ਚਾਲਕ ਨੇ ਜਿਹੜੇ ਇਹਨਾਂ ਦੇ ਵੱਲੋਂ ਕੀ ਰਣਨੀਤੀ ਅਪਣਾਈ ਜਾਏਗੀ। ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦੁਲੇ, ਡੇਲੀ ਪੋਸਟ ਪੰਜਾਬੀ।